ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਆਪਾਂ ਭਾਈ ਗੁਰਦਾਸ ਜੀ ਦੀ 18ਵੀਂ ਵਾਰ ਦਾ ਵਖਿਆਨ ਆਪ ਜੀ ਨਾਲ ਸਾਂਝਾ ਕਰਾਂਗੇ। ਸੋ ਵਾਰ ਹੈ ਅਹਲਿਆ। ਅਹਲਿਆ ਜਿਹੜੀ ਸੀ ਇਹ ਗੌਤਮ ਰਿਸ਼ੀ ਦੀ ਘਰਵਾਲੀ ਸੀ ਔਰ ਉਸ ਦਾ ਵਖਿਆਨ ਭਾਈ ਗੁਰਦਾਸ ਜੀ ਨੇ ਕੀਤਾ ਹੈ ਕਿ ਉਸ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਘਟਨਾ ਵਾਪਰੀ ਔਰ ਫਿਰ ਉਸ ਤੋਂ ਬਾਅਦ ਕੀ ਹੋਇਆ। ਸੋ ਆਪ ਜੀ ਅੱਗੇ ਬਿਆਨ ਹੈ। ਗੌਤਮ ਨਾਰ ਅਹਲਿਆ, ਤਿਸ ਨੂੰ ਦੇਖ ਇੰਦਰ ਲੁਭਾਣਾ। ਪਰ ਘਰ ਜਾਏ ਸਰਾਪ ਲੈ, ਹੋਏ ਸੈਸ ਪੱਗ ਪਛੋਤਾਣਾ। ਸੁੰਨਾ ਹੋਇਆ ਇੰਦਰ ਲੋਕ, ਲੁਕਿਆ ਸਰਵਰ ਮਨ ਸਰਮਾਣਾ। ਸੈਸ ਪੱਗੋਂ ਲੋਇਣ ਸਹਿਸ, ਲੈ ਦੋਈ ਇੰਦਰ ਪੁਰੀ ਸਦਾਣਾ। ਸਤੀ ਸਤੋਂ ਟਲ ਸਿਲਾ, ਹੋਏ ਨਦੀ ਕਿਨਾਰੇ ਬਾਝ ਪਰਾਣਾ। ਰਘਪਤ ਚਰਨ ਛੁਹੰਦਿਆਂ ਚੱਲੀ ਸੁਰਗ, ਪੁਰ ਬਣੇ ਬਿਵਾਣਾ। ਭਗਤ ਬਸ਼ਲ ਭਲਿਆਈਓ ਹੋਂ, ਪਤਤ ਉਦਾਹਰਣ ਪਾਪ ਕਮਾਣਾ। ਗੁਣ ਨੂੰ ਗੁਣ ਸਭ ਕੋ ਕਰੇ, ਔਗਣ ਕੀਤੇ ਗੁਣ ਤਿਸ ਜਾਣਾ। ਅਵਗਤ ਗਤ ਕਿਆ ਆਗਪ ਕਾਣਾ। ਭਾਈ ਗੁਰਦਾਸ ਜੀ ਅਹਲਿਆ ਅਤੇ ਗੌਤਮ ਇਸ ਸਰਲੇਖ ਦੇ ਅੰਦਰ ਜੋ ਇਹ ਵਾਰ ਦਾ ਕਥਨ ਕੀਤਾ ਹੈ, ਇਸ ਦਾ ਭਾਵ ਹੈ ਗੌਤਮ ਨਾਰ ਅਹਲਿਆ, ਤਿਸ ਨੂੰ ਦੇਖ ਇੰਦਰ ਲੁਭਾਣਾ। ਜਿਹੜੀ ਗੌਤਮ ਰਿਸ਼ੀ ਦੀ ਨਾਰ ਸੀ, ਅਹਲਿਆ ਸੀ, ਬੜੀ ਸੁੰਦਰ ਸੀ। ਇੱਕ ਦਿਨ ਕਿਤੇ ਉਹ ਆਪਣੇ ਬਾਲ ਸਕਾਲ ਰਹੀ ਸੀ ਬਾਹਰ ਬੈਠ ਕੇ। ਇੰਦਰ ਉੱਥੋਂ ਦੀ ਗੁਜ਼ਰਿਆ ਅਤੇ ਉਹ ਇੰਦਰ ਨੇ ਉਸ ਨੂੰ ਦੇਖਿਆ ਅਤੇ ਉਸ ਦੇ ਉੱਤੇ ਲਵਾਏਮਨ ਹੋ ਗਿਆ। ਮਨ ਦੇ ਵਿੱਚ ਸੋਚਣ ਲੱਗ ਪਿਆ ਵੀ ਕੀ ਤਰਤੀਬ ਕੀਤੀ ਜਾਵੇ ਜਿਸ ਨੂੰ ਅਪਣਾ ਕੇ ਇਹ ਅਹਲਿਆ ਨੂੰ ਪਰਨਾਇਆ ਜਾਵੇ। ਇੰਦਰ ਲੋਭ ਦੇ ਵਿੱਚ ਆ ਗਿਆ। ਪਰ ਘਰ ਜਾਏ ਸਰਾਪ ਲੈ, ਹੋਏ ਸੈਸ ਪੱਗ ਪਛੋਤਾਣਾ। ਕੀ ਹੋਇਆ ਕਿ ਇੰਦਰ ਨੇ ਫਿਰ ਚੰਦਰਮਾ ਨੂੰ ਮਨਾਇਆ ਕਿ ਤੂੰ ਮੇਰਾ ਸਾਥ ਦੇ। ਚੰਦਰਮਾ ਜਿਹੜਾ ਸੀ, ਇਹਨੇ ਮੋਰ ਬਣ ਕੇ ਆਪਣੇ ਕੁੱਕੜ ਬਣ ਕੇ ਤੜਕੇ ਨੂੰ ਬਾਂਗ ਦਿੱਤੀ। ਮਾਨੋ ਕਿ ਤੜਕਾ ਹੋ ਗਿਆ, ਪਰ ਉਸ ਵੇਲੇ ਤੜਕਾ ਨਹੀਂ ਹੋਇਆ ਸੀ। ਅਜੇ ਤੱਕ ਤੜਕਾ ਹੋਣ ਦੇ ਵਿੱਚ ਦੇਰ ਸੀ। ਤਾਂ ਉਹ ਜਦੋਂ ਬਾਂਗ ਸੁਣੀ ਰਿਸ਼ੀ ਨੇ, ਉਹਨੇ ਸੋਚਿਆ ਕਿ ਤੜਕਾ ਹੋ ਗਿਆ। ਮੋਢੇ ਦੇ ਉੱਤੇ ਪਰਨਾ ਮਾਰਿਆ ਅਤੇ ਗੰਗਾ ਵਿੱਚ ਇਸ਼ਨਾਨ ਕਰਨ ਲਈ ਚਲੇ ਗਏ। ਜਦ ਦੇਖਦੇ ਹਨ ਕਿ ਤਾਰੇ ਸਹੀ ਜਗ੍ਹਾ 'ਤੇ ਤੱਕ ਨਹੀਂ ਆਏ, ਇਹ ਕੀ ਗੱਲ ਹੈ। ਬਾਅਦ ਦੇ ਵਿੱਚ ਇੰਦਰ ਜਿਹੜਾ ਸੀ ਉਹ ਗੌਤਮ ਰਿਸ਼ੀ ਦਾ ਰੂਪ ਧਾਰਨ ਕਰਕੇ ਅੰਦਰ ਚਲਿਆ ਗਿਆ ਅਤੇ ਇੰਦਰ ਦੀ ਇਹ ਜਿਹੜੀ ਕਰਤੂਤ ਸੀ ਉਹ ਸਿਰਫ ਇੰਦਰ ਨੂੰ ਔਰ ਜਿਹੜਾ ਚੰਦਰਮਾ ਸੀ ਉਹਨੂੰ ਪਤਾ ਸੀ। ਦੋਨਾਂ ਦੀ ਆਪਸ ਵਿੱਚ ਮਿੱਤਰਤਾ ਨਾਲ ਇਹ ਕੰਮ ਹੋਇਆ। ਜਦੋਂ ਅਸਲੀ ਜਿਹੜਾ ਗੌਤਮ ਰਿਸ਼ੀ ਸੀ ਉਹ ਤਾਂ ਗੰਗਾ ਨੂੰ ਚਲਿਆ ਗਿਆ। ਜਿਹੜਾ ਨਕਲੀ ਸੀ ਇੰਦਰ ਬਣਿਆ ਗੌਤਮ, ਤਾਂ ਉਹ ਅੰਦਰ ਆ ਗਿਆ ਔਰ ਜੋ ਅਹਲਿਆ ਸੀ ਉਸ ਨਾਲ ਉਸਨੇ ਜੋ ਸੰਭੋਗ ਕਰਨਾ ਸੀ, ਦੁਰਾਚਾਰ ਕਰਨਾ ਸੀ, ਕੀਤਾ। ਉਸ ਤੋਂ ਬਾਅਦ ਉਹ ਚਲਿਆ ਗਿਆ ਅਤੇ ਉੱਧਰੋਂ ਜਿਹੜਾ ਗੌਤਮ ਰਿਸ਼ੀ ਸੀ ਉਹ ਜਲਦੀ ਵਾਪਸ ਆ ਗਿਆ। ਅਤੇ ਗੌਤਮ ਰਿਸ਼ੀ ਨੇ ਜਦ ਆ ਕੇ ਦੇਖਿਆ ਕਿ ਘਰੋਂ ਕੋਈ ਨਿਕਲਿਆ ਹੈ ਅਤੇ ਆਪਣੇ ਘਰਵਾਲੀ ਨੂੰ ਪੁੱਛਦਾ ਹੈ ਕਿ ਇਹ ਕੌਣ ਸੀ। ਉਹ ਕਹਿੰਦੀ ਤੁਸੀਂ ਸੀ, ਹੋਰ ਕੌਣ ਸੀ। ਕਿ ਉਹਦਾ ਰੂਪ ਧਾਰਨ ਕੀਤਾ ਹੋਇਆ ਸੀ ਇੰਦਰ ਨੇ। ਅਤੇ ਜਦੋਂ ਫਿਰ ਅੰਤਰਦ੍ਰਿਸ਼ਟੀ ਹੋ ਕੇ ਦੇਖਿਆ ਗੌਤਮ ਰਿਸ਼ੀ ਨੇ, ਕਹਿੰਦੇ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਇਹ ਤਾਂ ਇੰਦਰ ਸੀ। ਪਰ ਜਿਹੜੀ ਅਹਲਿਆ ਦੇ ਉੱਤੇ ਕ੍ਰੋਧ ਕਰਕੇ ਉਸ ਨੂੰ ਸਰਾਪ ਦਿੱਤਾ ਕਿ ਤੂੰ ਆਪਣਾ ਜਿਹੜਾ ਸੱਤ ਹੈ ਭੰਨਿਆ ਹੈ, ਇਸ ਕਰਕੇ ਮੈਂ ਤੈਨੂੰ ਸਰਾਪ ਦਿੰਦਾ, ਜਾ ਤੂੰ ਪੱਥਰ ਦੀ ਸਿਲ ਬਣ ਜਾ।
ਉਸਨੇ ਬਥੇਰੀਆਂ ਮਿਹਨਤਾਂ ਕੀਤੀਆਂ ਕਿ ਮੈਨੂੰ ਕੋਈ ਪਤਾ ਨਹੀਂ, ਤੁਹਾਡਾ ਰੂਪ ਤੁਸੀਂ ਸੀ, ਮੈਨੂੰ ਕੀ ਪਤਾ ਵੀ ਹੋਰ ਕੌਣ ਹੈ। ਉਸਨੇ ਤੁਹਾਡਾ ਰੂਪ ਬਣਾਇਆ, ਇਹ ਤੁਹਾਨੂੰ ਪਤਾ ਹੋਵੇਗਾ। ਅਤੇ ਪਰ ਚਲੋ ਸਰਾਪ ਹੋ ਗਿਆ, ਪੱਥਰ ਦੀ ਸੇਲ ਬਣ ਗਈ। ਪਰ ਗੌਤਮ ਰਿਸ਼ੀ ਨੂੰ ਇਹ ਵੀ ਉਸਨੇ ਪੁੱਛਿਆ ਸੀ ਕਿ ਮੇਰਾ ਉਦਾਰ ਕਦੋਂ ਹੋਵੇਗਾ। ਉਹ ਕਹਿੰਦੇ ਤੇਰਾ ਉਦਾਰ ਹੋਵੇਗਾ ਤ੍ਰੇਤੇ ਯੁੱਗ ਦੇ ਵਿੱਚ। ਇਹ ਪਹਿਲਾਂ ਸਤਯੁਗ ਤੋਂ ਬਾਅਦ ਦੁਆਪਰ ਆਉਂਦਾ ਸੀ, ਦੁਆਪਰ ਤੋਂ ਬਾਅਦ ਤ੍ਰੇਤਾ ਆਉਂਦਾ ਸੀ, ਤ੍ਰੇਤੇ ਤੋਂ ਬਾਅਦ ਫਿਰ ਕਲਯੁਗ ਆਉਂਦਾ ਸੀ। ਇਹ ਜਿਹੜੀ ਲੜੀ ਸੀ ਚਾਰੇ ਯੁੱਗਾਂ ਦੀ, ਜਦੋਂ ਅਹਲਿਆ ਨੇ ਆਪਣੇ ਪਤੀ ਦੇ ਅੱਗੇ ਬੇਨਤੀ ਕੀਤੀ ਵੀ ਅਜੇ ਤੱਕ ਤਾਂ 2 ਯੁੱਗ ਦਾ ਸਮਾਂ ਪਿਆ ਹੈ, ਹੁਣ ਸਤਯੁੱਗ ਹੈ, ਬਾਅਦ ਦੇ ਵਿੱਚ ਦੁਆਪਰ ਆਵੇਗਾ, ਬਾਅਦ ਦੇ ਵਿੱਚ ਤ੍ਰੇਤਾ ਆਵੇਗਾ, ਇਹ ਕੀ ਗੱਲ, ਇੰਨਾ ਚਿਰ ਮੈਂ ਸਹਿਲੀ ਬਣੀ ਰਵਾਂਗੀ। ਅਤੇ ਗੌਤਮ ਰਿਸ਼ੀ ਨੇ ਕੀ ਕੀਤਾ, ਕਹਿੰਦੇ ਵੀ ਠੀਕ ਹੈ, ਜੇ ਤੈਨੂੰ ਦੂਰ ਲੱਗਦਾ ਹੈ ਅਤੇ ਜਿਹੜਾ ਤ੍ਰੇਤਾ ਯੁੱਗ ਹੈ, ਜਦੋਂ ਰਾਮ ਅਵਤਾਰ ਆਉਣਗੇ ਉਹ ਤੇਰਾ ਕਲਿਆਣ ਕਰਨਗੇ, ਉਹਨਾਂ ਦੇ ਚਰਨ ਤੇਰੇ ਨਾਲ ਛੂਹਣਗੇ ਤਾਂ ਤੇਰਾ ਉਹ ਸਰਾਪ ਮੁਕਤ ਹੋ ਜਾਵੇਗੀ ਅਤੇ ਤੈਨੂੰ ਫਿਰ ਕਲਿਆਣ ਮਿਲੇਗੀ, ਭਗਵਾਨ ਰਾਮ ਤੈਨੂੰ ਕਲਿਆਣ ਦੇਣਗੇ ਜਦੋਂ ਜੰਗਲਾਂ ਦੇ ਵਿੱਚ ਰਮਣ ਕਰ ਰਹੇ ਹੋਣਗੇ। ਇਹ ਜਿਹੜਾ ਦੁਆਪਰ ਯੁੱਗ ਪਹਿਲਾਂ ਆਉਣਾ ਸੀ, ਇਸ ਨੂੰ ਬਾਅਦ ਦੇ ਵਿੱਚ ਕਰਤਾ ਤਾਂ ਗੌਤਮ ਰਿਸ਼ੀ ਨੇ ਆਪਣੀ ਬਲ ਦੇ ਨਾਲ। ਇੰਨੀ ਤਪੱਸਿਆ ਸੀ ਕਿ ਯੁੱਗ ਹੀ ਪਲਟ ਦਿੱਤਾ ਅਤੇ ਅਵਤਾਰ ਵੀ ਪਲਟ ਦਿੱਤਾ। ਜਿਹੜਾ ਰਾਮ ਬਾਅਦ 'ਚ ਆਉਣਾ ਸੀ ਉਹ ਪਹਿਲਾਂ ਆਇਆ। ਤਾਂ ਪਿਆਰੀ ਸਾਧ ਸੰਗਤ, ਜਦੋਂ ਤ੍ਰੇਤਾ ਯੁੱਗ ਪਹਿਲਾਂ ਆਇਆ, ਦੁਆਪਰ ਬਾਅਦ 'ਚ ਆਇਆ, ਕ੍ਰਿਸ਼ਨ ਭਗਵਾਨ ਦੁਆਪਰ ਦੇ ਵਿੱਚ ਆਏ, ਅਤੇ ਉਹ ਜਿਹੜਾ ਸਰਾਪ ਸੀ, ਜਦੋਂ ਭਗਵਾਨ ਰਾਮ ਜਿਹੜੇ ਜੰਗਲਾਂ ਦੇ ਵਿੱਚ ਸੈਰ ਕਰਦੇ, ਇਸ ਪੱਥਰ ਨੂੰ ਜਦੋਂ ਉਹਨਾਂ ਨੇ ਚਰਨ ਛੁਆਇਆ ਅਤੇ ਇਹਦੇ ਵਿੱਚੋਂ ਇਸਤਰੀ ਪ੍ਰਗਟ ਹੋ ਗਈ। ਦੇਖ ਕੇ ਬੜੇ ਹੈਰਾਨ ਹੋਏ। ਉਹ ਇਸਤਰੀ ਅਹਲਿਆ ਸੀ, ਉਸਨੇ ਪ੍ਰਣਾਮ ਕੀਤੀ, ਕਹਿੰਦੇ ਕਿ ਮਹਾਰਾਜ ਮੈਨੂੰ 1 ਯੁੱਗ ਹੋ ਗਿਆ ਤੁਹਾਡੀ ਉਡੀਕ ਕਰਦਿਆਂ ਨੂੰ, ਮੈਨੂੰ ਮੇਰੇ ਪਤੀ ਨੇ ਸਰਾਪ ਦਿੱਤਾ ਹੈ। ਅਤੇ ਭਗਵਾਨ ਰਾਮ ਨੇ ਕਿਹਾ ਕਿ ਤੇਰਾ ਸ਼ਾਪ ਖਤਮ ਹੋ ਗਿਆ, ਹੁਣ ਤੂੰ ਜਾ ਆਪਣੇ ਵੈਕੁੰਠ ਧਾਮ ਨੂੰ। ਉੱਥੋਂ ਹੀ ਉਹ ਵੈਕੁੰਠ ਧਾਮ ਨੂੰ ਚਲੀ ਗਈ। ਸੋ ਪਿਆਰੀ ਸਾਧ ਸੰਗਤ, ਜਿਹੜਾ ਇੰਦਰ ਸੀ ਉਹ ਉਹਦੇ ਨਾਲ ਦੁਰਾਚਾਰ ਕਰਨ ਆਇਆ ਅਤੇ ਉਸ ਨੂੰ ਸਰਾਪ ਮਿਲਿਆ ਕਿ ਜਾਂ ਤੇਰੇ 1 ਨਹੀਂ ਤੇਰੇ 1000 ਪੱਗਾਂ ਹੋ ਜਾਣ। ਸਰਾਪ ਮਿਲ ਗਿਆ। ਉਸ ਤੋਂ ਬਾਅਦ ਸ਼ਰਮ ਦਾ ਮਾਰਾ ਇੰਦਰ ਜਿਹੜਾ ਕਿਸੇ ਸਰੋਵਰ ਦੇ ਵਿੱਚ ਜਾ ਕੇ ਲੁਕ ਗਿਆ। ਬ੍ਰਹਮਾ ਜੀ ਨੂੰ ਬੇਨਤੀ ਕੀਤੀ, ਦੇਵਤਿਆਂ ਨੂੰ ਬੇਨਤੀ ਕੀਤੀ, ਉੱਥੇ ਆਏ ਅਤੇ ਇੰਦਰ ਨੂੰ ਉੱਥੋਂ ਬਾਹਰ ਕੱਢਿਆ ਅਤੇ ਉਹਨੂੰ ਸਹੰਸਰ ਦਾਨ ਜਿਹੜਾ ਇੰਦਰ ਨੂੰ ਦਿੱਤਾ, ਭਾਵ ਕਿ 1000 ਨੇਤਰ ਉਹਦੇ ਕਰ ਦਿੱਤੇ। ਜਿਹੜੇ ਦੂਸਰੇ ਚਿੰਨ੍ਹ ਸਨ ਉਹਨਾਂ ਦੇ 1000 ਨੇਤਰ ਬਣਾ ਦਿੱਤੇ। ਬਾਣੀ ਫਰਮਾਨ ਕਰਦੀ ਹੈ, ਸਹਿਸ ਦਾਨ ਦੇ ਇੰਦਰ ਰਵਾਇਆ, ਨਾਨਕ ਦੁਖੀਆ ਸਭ ਸੰਸਾਰ, ਬਾਲੀ ਰੋਵੇ ਨਾਹੀਂ ਪਤਾਰ। ਇਸ ਸ਼ਬਦ ਦੇ ਵਿੱਚ ਰੋਵੇ ਦੇਸ਼ ਨਕਾਲਾ ਪਿਆ, ਸੀਤਾ ਲਖਮਣ ਵਿਛੜ ਗਿਆ, ਪਾਂਡਵ ਰੋਵੇ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਸਦਾ ਹਜੂਰ। ਇਹ ਜੋ ਬਾਣੀ ਆਉਂਦੀ ਹੈ ਇਸ ਸ਼ਲੋਕ ਦੇ ਅੰਦਰ ਹੈ। ਉਸ ਸ਼ਲੋਕ ਦੇ ਅੰਦਰ ਹੈ ਸਹਿਸ ਦਾਨ ਦੇ ਇੰਦਰ ਰਵਾਇਆ। ਉਹਨੂੰ ਸੈਂਸਰ ਜਿਹੜਾ ਨਿਸ਼ਾਨ ਉਹਦੇ ਸਰੀਰ 'ਤੇ ਬਣ ਗਏ। ਉਸ ਤੋਂ ਬਾਅਦ ਦੇਵਤਿਆਂ ਨੇ ਇਕੱਠੇ ਹੋ ਕੇ ਉਹਨਾਂ ਦੇ ਨੇਤਰ ਬਣਾਤੇ ਅਤੇ 1000 ਨੇਤਰ ਇੰਦਰ ਦਾ ਬਣਾ ਕੇ ਸਿੰਘਾਸਨ ਦੇ ਉੱਤੇ ਬਿਠਾਇਆ। ਤਾਂ ਇਹ ਜ਼ਿਕਰ ਕਰਦੀ ਹੈ ਬਾਣੀ ਭਾਈ ਗੁਰਦਾਸ ਜੀ ਦੀ, ਪਰ ਕਰ ਜਾਏ ਸਰਾਪ ਲੈ। ਪਰਾਏ ਘਰ ਦੇ ਵਿੱਚ ਗਿਆ ਇੰਦਰ ਅਤੇ ਸਰਾਪ ਲੈ ਲਿਆ। ਸਹਿਜ ਪੱਗ ਪਛੋਤਾਣਾ, 1000 ਹੀ ਪੱਗਾਂ ਉਹਦੇ ਸਰੀਰ ਦੇ ਉੱਤੇ ਬਣ ਗਈਆਂ। ਸੁੰਨਾ ਹੋਇਆ ਇੰਦਰ ਲੋਕ, ਅਤੇ ਇੰਦਰ ਲੋਕ ਸੁੰਨਾ ਹੋ ਗਿਆ ਸੀ, ਕਿਉਂਕਿ ਸ਼ਰਮ ਦਾ ਮਾਰਾ ਉੱਥੇ ਉਹ ਜਾਵੇ ਨਾ ਆਪਣੇ ਰਾਜ ਦੇ ਵਿੱਚ, ਸਵਰਗ ਦੇ ਵਿੱਚ। ਸਾਰੇ ਦੇਵਤਿਆਂ ਨੇ ਇਕੱਠੇ ਹੋ ਕੇ ਉਸ ਨੂੰ ਉੱਥੇ ਵਰ ਦੇ ਕੇ ਉਹਦੇ ਸਿਰ, ਉਹਦੇ ਜਿਹੜੇ ਸਰੀਰ ਦੇ ਉੱਤੇ ਉਹ ਨਿਸ਼ਾਨ ਸਨ ਉਹਨਾਂ ਦੇ ਨੇਤਰ ਬਣਾ ਦਿੱਤੇ। ਸੁੰਨਾ ਹੋਇਆ ਇੰਦਰ ਲੋਕ, ਲੋਕਿਆ ਸਰਬਰ ਮਨ ਸਰਮਾਣਾ। ਇੰਦਰ ਲੋਕ ਸੁੰਨਾ ਹੋ ਗਿਆ, ਰਾਜ ਸਿੰਘਾਸਣ 'ਤੇ ਕੋਈ ਨਹੀਂ ਬੈਠਾ ਸੀ ਅਤੇ ਸਰਬਰ ਵਿੱਚ ਉਹ ਲੁਕਿਆ ਬੈਠਾ ਸੀ ਸ਼ਰਮ ਦਾ ਮਾਰਾ। ਸਹਿਸ ਪਗੋਂ ਲੋਹਣ ਸਹਿਸ ਲੈ ਦੋਈ, ਇੰਦਰਪੁਰੀ ਸਦਾਣਾ। ਫਿਰ ਜਦੋਂ ਉਹਦੇ ਇੰਦਰ ਦੇ ਨੇਤਰ ਬਣਾ ਦਿੱਤੇ ਸਰੀਰ ਦੇ ਉੱਤੇ ਸਾਰੇ ਰਿਸ਼ੀਆਂ ਨੇ,
ਸਾਰੇ ਦੇਵਤਿਆਂ ਨੇ। ਅਤੇ ਸਹਿਸ ਭਗੋਂ ਲੋਇਣ ਸਹਿਸ ਲੈ ਦੋਈ, ਅਤੇ ਉੱਥੇ ਇੰਦਰਪੁਰੀ ਨੂੰ ਉਹਨੂੰ ਵਾਪਸ ਭੇਜਿਆ। ਇਹ ਵਾਰ ਕਥਨ ਕਰਦੀ ਹੈ। ਸਤੀ ਸਤਹੋਂ ਟਲ ਸਿਲਾ ਹੋਈ, ਨਦੀ ਕਿਨਾਰੇ ਬਾਝ ਪੁਰਾਣਾ। ਉਹ ਨਦੀ ਦੇ ਕਿਨਾਰੇ ਉੱਥੇ ਸਿਲਾ ਬਣ ਕੇ ਬੈਠੀ ਹੋਈ ਸੀ। ਸਤੀ ਜਿਹੜੀ ਸੀ ਅਹਲਿਆ, ਉਹਦਾ ਵਿਚਾਰੀ ਦਾ ਕੋਈ ਕਸੂਰ ਨਹੀਂ ਸੀ, ਪਰ ਸਮੇਂ ਨੇ ਇਸ ਤਰ੍ਹਾਂ ਕੀਤਾ, ਉਹਦੇ ਪਤੀ ਨੇ ਉਹਨੂੰ ਸ਼ਰਾਪ ਦਿੱਤਾ, ਗੌਤਮ ਰਿਸ਼ੀ ਨੇ, ਅਤੇ ਉਹ ਸਤੀ ਜਿਹੜੀ ਉੱਥੇ ਪੱਥਰ ਬਣ ਗਈ। ਅਤੇ ਭਾਈ ਗੁਰਦਾਸ ਜੀ ਦੀ ਬਾਣੀ ਬਿਆਨ ਕਰਦੀ ਹੈ, ਸਤੀ ਸਤੋਂ ਟਲ ਸਿਲਾ ਹੋਏ, ਉਹ ਸਿਲਾ ਬਣ ਗਈ, ਪੱਥਰ ਬਣ ਗਈ। ਨਦੀ ਕਿਨਾਰੇ ਬਾਝ ਪੁਰਾਣਾ, ਪੁਰਾਣਾ ਪੱਥਰ ਬਣ ਕੇ ਉੱਥੇ ਪਈ ਰਹੀ। ਰਘੁਪਤ ਚਰਨ ਛੁਹੰਦਿਆ, ਰਘੂਪਤ ਭਾਵ ਰਘੂ ਕੁਲ ਦੇ ਜਿਹੜੇ ਰਾਮ, ਰਘੂ ਕੁਲ ਦੇ ਪਤੀ ਕੌਣ? ਰਾਮ, ਦਸ਼ਰਥ ਦੇ ਪੁੱਤਰ ਜਿਹੜੇ ਰਾਮ। ਚਰਨ ਛੁਹੰਦਿਆਂ ਚੱਲੀ ਸੁਰਗ, ਪੁਰ ਬਣੇ ਬਿਬਾਣਾ। ਅਤੇ ਸੁਰਗ ਨੂੰ ਚਲੀ ਗਈ ਜਦੋਂ ਰਘੀ ਪੁੱਤ ਦੇ ਚਰਨ ਉਸ ਪੱਥਰ ਨਾਲ ਛੂਹੇ, ਤਾਂ ਵਿੱਚੋਂ ਅਹਲਿਆ ਪ੍ਰਗਟ ਹੋ ਗਈ। ਅਤੇ ਫਿਰ ਸੁਰਗਪੁਰ ਬਣੇ ਬਿਬਾਣਾ, ਬਿਬਾਨ ਦੇ ਵਿੱਚ ਬੈਠ ਕੇ ਸੁਰਗ ਨੂੰ ਚਲੀ ਗਈ। ਭਗਤ ਬਸ਼ਲ ਭਲਿਆਈਓ, ਪਤਤ ਉਦਾਹਰਣ ਪਾਪ ਕਮਾਣਾ। ਜਿਹੜਾ ਭਗਤ ਬਸ਼ਲ ਭਗਵਾਨ ਆ, ਉਹ ਭਲਿਆਈਆਂ ਨੂੰ, ਭਾਵੇਂ ਭਲੇ ਬੰਦੇ ਹੋਣ, ਪਤਤ ਹੋਣ, ਉਹਨਾਂ ਦਾ ਉਦਾਰ ਕਰ ਦਿੰਦਾ ਹੈ ਅਤੇ ਉਹਨਾਂ ਦੇ ਪਾਪ ਕਰਮ ਖਤਮ ਕਰ ਦਿੰਦਾ ਹੈ। ਗੁਣ ਨੂੰ ਗੁਣ ਸਭ ਕੋ ਕਰੇ, ਗੁਣਾਂ ਤੋਂ ਗੁਣ ਸਾਰੇ ਕੋ ਕਰਦੇ ਆ। ਔਗਣ ਕੀਤੇ ਗੁਣ ਤੇ ਸਜਾਣਾ। ਜਿਹੜੇ ਔਗਣ ਕੀਤੇ ਹੋਣ ਅਤੇ ਉਹਨਾਂ ਨੂੰ ਗਲ ਨਾਲ ਲਾਵੇ, ਉਹ ਕੋਈ ਬੰਦਾ ਬਿਰਲਾ ਹੁੰਦਾ। ਇਸ ਕਰਕੇ ਭਗਵਾਨ ਦੇ ਵਿੱਚ ਇਹ ਗੁਣ ਆ, ਭਾਵੇਂ ਔਗਣ ਕੀਤੇ ਹੋਣ, ਲੱਖਾਂ ਵੀ ਔਗਣ ਕੀਤੇ ਹੋਣ, ਪਰ ਜੇ ਉਹਦੇ ਅੰਦਰ ਪ੍ਰੀਤੀ ਕਿਤੇ ਭਗਵਾਨ ਦੇ ਚਰਨਾਂ ਦੀ ਬਣ ਜਾਵੇ ਅਤੇ ਭਗਵਾਨ ਉਹਨੂੰ ਬਖਸ਼ ਦਿੰਦੇ ਆ। ਅਵਗਤ ਗਤ ਕਿਆ ਆਖ ਪਖਾਣਾ। ਐਸੀ ਗਤੀ ਅਵਗਤ ਗਤੀ ਆ ਭਗਵਾਨ ਦੀ, ਉਹਦੀ ਗਤੀ ਨੂੰ ਉਹ ਹੀ ਜਾਣ ਸਕਦਾ ਜਿਹੜਾ ਵਿਛੜਿਆਂ ਨੂੰ ਮੇਲਦਾ ਆ ਅਤੇ ਅਵਗੁਣਾਂ ਨੂੰ ਮੁੜ ਕੇ ਗਲੇ ਨਾਲ ਲਾਉਂਦਾ ਅਤੇ ਗੁਣਵਾਨ ਬਣਾ ਕੇ ਸੰਸਾਰ ਦੇ ਵਿੱਚ ਪ੍ਰਗਟ ਕਰਦਾ, ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ। ਲੋਕ ਭਾਵੇਂ ਕੁਛ ਵੀ ਕਰਨ, ਪਰ ਆਪਣੇ ਭਗਤਾਂ ਦੀ ਵਡਿਆਈ ਕਰਾਉਂਦਾ। ਉਹਦੇ ਵਿੱਚ ਇਹ ਗੁਣ ਹੈ ਕਿ ਜਿਹੜਾ ਉਹਦੀ ਭਗਤੀ ਕਰਦਾ ਹੈ ਅਤੇ ਉਹਦੀ ਫਿਰ ਵਡਿਆਈ ਹੁੰਦੀ ਹੈ ਜੁਗ ਜੁਗ। ਜਿਸ ਤਰ੍ਹਾਂ ਅਹਲਿਆ ਦੀ ਵਡਿਆਈ ਹੋਈ, ਭਾਵੇਂ ਉਸ ਨੂੰ ਸ਼ਰਾਪ ਮਿਲਿਆ, ਅਤੇ ਪਰ ਜਦੋਂ ਭਗਵਾਨ ਦੇ ਚਰਨ ਨਾਲ ਲੱਗੇ ਅਤੇ ਉਦੋਂ ਉਹਦਾ ਕਲਿਆਣ ਹੋ ਗਿਆ। ਸੋ ਪਿਆਰੀ ਸਾਧ ਸੰਗਤ, ਹਰ ਜੀਉ ਨਿਮਾਣਿਆਂ ਤੋਂ ਮਾਣ। ਜਿਹੜਾ ਹਰੀ ਹੈ ਉਹ ਨਿਮਾਣਿਆਂ ਦਾ ਮਾਣ ਹੈ। ਉੱਚੋਂ ਨੀਚ ਕਰੇ ਮੇਰਾ, ਨੀਚੋਂ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ। ਉਹ ਕਿਸੇ ਤੋਂ ਡਰਦਾ ਨਹੀਂ, ਨਿਡਰ ਹੈ। ਗੋਬਿੰਦ ਭਾਵ ਭਗਤ ਦਾ ਭੁੱਖਾ, ਉਹ ਭਗਤੀ ਦਾ ਭੁੱਖਾ ਹੈ। ਜਿਹੜਾ ਉਹਦਾ ਭਗਤੀ ਕਰਦਾ ਹੈ ਉਸ ਨੂੰ ਉਹ ਨਿਸਤਾਰ ਦਿੰਦਾ ਹੈ, ਪਾਰ ਉਤਾਰ ਦਿੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।